ਹੁਣੇ ਘਰ ਆਉਂਦਾ ਨਹੀਂ, ਔਰ ਮਹਿਲ ਦੇ ਵਿੱਚ ਆਉਂਦਾ ਨਹੀਂ। ਫਿਰ ਮਾਲਕ ਜਦੋਂ ਬੁਲਾਉਂਦੇ ਘਰ ਨਹੀਂ ਜਾਂਦਾ ਅਤੇ ਫਿਰ ਗੁਰਮੁਖਾਂ ਨੂੰ ਭੇਜ ਵੀ ਮੈਂ ਤਾਂ ਬੁਲਾਉਣਾ, ਹੁਣ ਮੇਰਾ ਤਾਂ ਕਹਿਣਾ ਮੰਨਦੇ ਨਹੀਂ, ਔਰ ਘਰ ਆਉਂਦੇ ਨਹੀਂ ਅਤੇ ਤੁਸੀਂ ਜਾਓ, ਜਾ ਕੇ ਉਹਨਾਂ ਨੂੰ ਸਮਝਾਓ ਵੀ ਤੁਸੀਂ ਘਰ ਵਾਪਸ ਆ ਜਾਓ। ਜਦੋਂ ਗੁਰਮੁਖ ਇੱਧਰ ਆਉਂਦੇ ਮਾਲਕ ਭੇਜਦਾ। ਇਹ ਸੰਸਾਰ 'ਚ ਜੀਵ ਕਮਲੇ ਹੋਏ ਇਹ ਉਹਨਾਂ ਗੁਰਮੁਖਾਂ ਨੂੰ ਕਮਲਾ ਕਹਿਣਾ ਸ਼ੁਰੂ ਕਰ ਦਿੰਦੇ। ਕਿਉਂਕਿ ਗੁਰਮੁਖਾਂ ਨੇ ਜਦੋਂ ਆਉਣਾ, ਉਹਨਾਂ ਨੇ ਆ ਕੇ ਸ਼ੁਰੂ ਕਰਨਾ ਚੌਥੇ ਪਦ ਤੋਂ। ਹੁਣ ਨਾ ਤਾਂ ਕਮਲੇ ਮਨ ਚੌਥੇ ਪਦ ਨੂੰ ਸਮਝ, ਉਹ ਉਹਨਾਂ ਨੇ ਸ਼ੁਰੂ ਕਰਨਾ ਨਿੱਜ ਮਹਿਲ ਤੋਂ। ਨਾ ਅਸੀਂ ਨਿੱਜ ਮਹਿਲ ਨੂੰ ਸਮਝਦੇ, ਉਹ ਉਹਨਾਂ ਨੇ ਸ਼ੁਰੂ ਕਰਨਾ ਸਾਡੇ ਦੇਸ਼ ਤੋਂ। ਪਰਲੋਕ ਦੀ ਗੱਲ ਕਰਨੀ, ਨਾ ਅਸੀਂ ਪਰਲੋਕ ਨੂੰ ਜਾਣਦੇ। ਫਿਰ ਜੀਵ ਉਹਨਾਂ ਨੂੰ ਕਮਲੇ ਕਹਿਣਾ ਸ਼ੁਰੂ ਕਰ ਦਿੰਦੇ ਵੀ ਇਹ ਤਾਂ ਗੱਲਾਂ ਉਹ ਕਰਦੇ ਵੀ ਜਿਹੜੀਆਂ ਸਮਝ 'ਚ ਹੀ ਨਹੀਂ ਆਉਂਦੀ, ਬਈ ਇਹ ਕਮਲੇ ਹੋਏ ਕਮਲੇ ਆਪ ਹੋਏ ਨੇ, ਪਰ ਕਹਿੰਦੇ ਗੁਰਮੁਖਾਂ ਨੂੰ ਕਮਲੇ। ਜਿਵੇਂ ਗੁਰੂ ਨਾਨਕ ਪਾਤਸ਼ਾਹ ਜਦੋਂ ਸੰਸਾਰ 'ਚ ਆਏ, ਉਹ ਉਹਨਾਂ ਨੇ ਆ ਕੇ ਸਮਝਾਉਣਾ ਸ਼ੁਰੂ ਕੀਤਾ। ਇਹ ਜੀਵਾਂ ਨੇ ਉਹਨਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਵੀ ਇਹ ਤਾਂ ਬੇਤਲ ਹੈ, ਇਹ ਤਾਂ ਭੂਤ ਨਾ ਹੈ। ਹਾਲਾਂਕਿ ਭੂਤ ਆਪ ਬਣੇ ਹੋਏ, ਪ੍ਰੇਤ ਆਪ ਬਣੇ ਹੋਏ, ਕਮਲੇ ਆਪ ਹੋਏ ਅਤੇ ਕਹਿੰਦੇ ਕਿ ਇਹਨਾਂ ਨੂੰ, ਕਹਿੰਦੇ ਉਹਨਾਂ ਗੁਰਮੁਖਾਂ ਨੂੰ। ਮਹਾਰਾਜ ਫਿਰ ਉਵੇਂ ਹੀ ਦੱਸਦੇ ਵੀ ਕੀ ਕਹਿ ਰਹੇ ਜੀਵ। ਕਹਿੰਦੇ ਕੋਈ ਆਖੇ ਭੂਤ ਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ ਭਇਆ ਦੀਵਾਨਾ, ਸਾਹ ਕਾ ਨਾਨਕ ਬੋਰਾਨਾ, ਹੋ ਹਰ ਬਿਨ ਅਵਰ ਨਾ ਜਾਨਾ। ਸਤਿਗੁਰੂ ਕਹਿੰਦੇ ਵੀ ਕੋਈ ਕਹਿੰਦਾ ਹੈ ਬਈ ਭੂਤ ਨਾ, ਕੋਈ ਕਹਿੰਦਾ ਹੈ ਬੇਤਾਲਾ ਹੈ। ਬੇਤਾਲੇ ਆਪ ਹੋਏ ਨਾਮ ਤੋਂ ਬਿਨਾਂ। ਮਹਾਰਾਜ ਕਹਿੰਦੇ ਬਈ ਵੇਦਾਂ 'ਚ ਨਾਮ ਦੀ ਗੱਲ, ਪਰ ਉਹਨੂੰ ਸੁਣਿਆ ਨਹੀਂ ਅਤੇ ਤਾਂ ਕਰਕੇ ਬੇਤਾਲੇ। ਵੇਦਾਂ ਮੈਂ ਨਾਮ ਉਤਮ ਸੋ ਸੁਣੇ ਨਾਹੀ, ਫਿਰੇ ਜੋ ਬੇਤਾਲੇ ਆ। ਬੇਤਾਲੇ ਆਪ ਹੋਏ ਕਮਲੇ ਆਪ ਹੋਏ ਵੇ ਕਹਿੰਦੇ ਉਹਨਾਂ ਗੁਰਮੁਖਾਂ ਨੂੰ ਕਮਲੇ, ਜਿਹੜੇ ਮਾਲਕ ਦੀ ਭਗਤੀ ਕਰਦੇ, ਜਿਹੜੇ ਸਾਨੂੰ ਸੰਦੇਸ਼ਾ ਦਿੰਦੇ ਪਰਮਾਤਮਾ ਤੋਂ। ਸੋ ਇਸੇ ਤਰ੍ਹਾਂ ਹੀ ਭਗਤਾਂ ਨੂੰ ਬਾਬਾ ਕਬੀਰ ਜੀ ਉਹ ਸੱਚ ਅਤੇ ਨਾਮ ਦਾ ਭੇਦ ਦਿੰਦੇ, ਅਤੇ ਉਹਨਾਂ ਨੂੰ ਵੀ ਜੀਵ ਕਹਿੰਦੇ ਵੀ ਕਬੀਰ ਕਮਲਾ ਹੈ, ਕਬੀਰ ਬੌਰਾ ਹੈ। ਬਈ ਇਹ ਤਾਂ ਗੱਲਾਂ ਉਹ ਕਰਦਾ ਜਿਹੜੀਆਂ ਕਦੇ ਸੁਣੀਆਂ ਨਹੀਂ, ਜਿਹੜੀਆਂ ਸਮਝ 'ਚ ਹੀ ਨਹੀਂ ਆਉਂਦੀ। ਮਹਾਰਾਜ ਕਹਿੰਦੇ ਲੋਕ ਕਹੇ ਕਬੀਰ ਬੌਰਾਨਾ। ਭਗਤਾਂ ਨੂੰ ਕਹਿੰਦੇ ਵੀ ਕਮਲਾ ਹੈ, ਕਬੀਰ ਬੌਰਾ ਹੋ ਗਏ, ਕਮਲਾ ਹੋ ਗਈ। ਹੁਣ ਕਮਲੇ ਆਪ ਹੋਏ ਤੇ ਕਹਿੰਦੇ ਉਹਨਾਂ ਗੁਰਮੁਖਾਂ ਨੂੰ। ਹੁਣ ਗੁਰਬਾਣੀ ਗੁਰੂ 'ਚ ਫਿਰ ਮਹਾਰਾਜ ਆਪ ਨੂੰ ਸਮਝਾਉਂਦੇ ਵੀ ਕਮਲੇ ਕੌਣ ਨੇ। ਜਿਹੜੇ ਨਾਮ ਤੋਂ ਟੁੱਟੇ, ਜਿਹੜੇ ਨਾਮ ਨੂੰ ਨਹੀਂ ਜਾਣਦੇ, ਨਹੀਂ ਭੇਦ ਲੈਂਦੇ, ਉਹ ਕਮਲੇ ਨੇ। ਹੁਣ ਜਿਹੜਾ ਜੀਵ ਕਮਲਾ ਹੋ ਗਿਆ, ਹੁਣ ਕਮਲਾ ਨਾ ਤਾਂ ਸਿਮਰਨ ਕਰੇ, ਨਾ ਸਤਸੰਗ 'ਚ ਆਵੇ। ਇਸ ਵਾਸਤੇ ਫਿਰ ਆਪਾਂ ਨੂੰ ਸਤਿਗੁਰੂ ਗਿਆਨ ਦਿੰਦੇ ਬਈ ਕਮਲੇ ਨੇ ਨਾ ਤਾਂ ਚੰਗਾ ਬੋਲਣਾ, ਨਾ ਉਹਨੇ ਚੰਗਾ ਸੁਣਨਾ, ਨਾ ਉਹਨੇ ਚੰਗਾ ਦੇਖਣਾ। ਫਿਰ ਆਪਾਂ ਨੂੰ ਸਮਝਾਉਂਦੇ ਵੀ ਕਮਲਾ ਚਲੋ ਹੋਰ ਤਾਂ ਕੁਝ ਨਹੀਂ ਕਰਦਾ, ਪਰ ਉਹਨੇ ਪ੍ਰਸ਼ਾਦਾ ਪਾਣੀ ਤਾਂ ਛਕਣਾ ਹੀ ਹੁੰਦਾ ਕਮਲੇ ਨੂੰ, ਚਾਹ ਪਾਣੀ ਵੀ ਉਹਨੇ ਪੀਣਾ ਹੀ ਪੀਣਾ। ਆਪਾਂ ਨੂੰ ਫਿਰ ਸਮਝਾਉਂਦੇ ਵੀ ਉਹਦਾ ਭਲਾ ਹੋ ਸਕਦਾ ਜੇ ਹੁਣ ਆਪਾਂ ਸਿਮਰਨ ਕਰੀਏ ਤਾਂ। ਜਦੋਂ ਪ੍ਰਸ਼ਾਦਾ ਪਾਣੀ ਬਣਾਉਂਦੇ ਆ, ਉਦੋਂ ਸਿਮਰਨ ਕਰਕੇ ਵਿੱਚ ਦ੍ਰਿਸ਼ਟੀ ਪਾ ਕੇ ਉਹ ਕਮਲੇ ਨੂੰ ਦਿੱਤਾ ਜਾਵੇ, ਉਹ ਕਮਲੇ ਦੇ ਮਨ ਨੂੰ ਹੌਲੀ ਹੌਲੀ ਸ਼ਾਂਤੀ ਆਉਣ ਲੱਗਦੀ। ਸੋ ਇਸ ਤਰ੍ਹਾਂ ਫਿਰ ਜੀਵਾਂ ਦਾ ਨਾਲ ਭਲਾ ਹੋ ਜਾਂਦਾ। ਜਿਹੜੇ ਗੁਰਮੁਖ ਆਪ ਸਿਮਰਨ ਕਰਦੇ,
ਆਪ ਸੰਗਤ ਕਰਦੇ, ਜਦੋਂ ਆਪ ਸਿਮਰਨ ਕਰਕੇ ਇਹ ਪ੍ਰਸ਼ਾਦਾ ਪਾਣੀ ਤਿਆਰ ਕਰਾਂਗੇ, ਉਹਨਾਂ ਨੂੰ ਪਿਆਵਾਂਗੇ, ਅਤੇ ਉਹਨਾਂ ਦੇ ਮਨਾਂ ਨੂੰ ਵੀ ਨਾਲ ਨਾਲ ਸ਼ਾਂਤੀ ਆਉਣ ਲੱਗ ਜੀ। ਜਦੋਂ ਜੀਵ ਦੇ ਮਨ ਨੂੰ ਸ਼ਾਂਤੀ ਆਉਣ ਲੱਗ ਗਈ, ਫਿਰ ਉਹ ਆਪਣੀ ਵਿਚਾਰ ਸੁਣਨ ਲਈ ਤਿਆਰ ਹੁੰਦਾ। ਫਿਰ ਉਹ ਪੁੱਛੇਗਾ ਵੀ ਤੁਸੀਂ ਕਿਵੇਂ ਸਿਮਰਨ ਕਰਦੇ ਹੋ, ਮੈਨੂੰ ਵੀ ਦੱਸੋ। ਤੁਸੀਂ ਕਿੱਥੇ ਸੰਗਤ ਕਰਦੇ ਹੋ, ਮੈਂ ਵੀ ਸੰਗਤ ਕਰਾਂ, ਤਾਂ ਕਿ ਮੈਂ ਵੀ ਆਪਦੇ ਜੀਵਨ ਦਾ ਲਾਹਾ ਖੱਟ। ਉਹ ਤਾਂ ਹੈ ਜੇ ਉਹਨੂੰ ਮਾੜੀ ਜਿਹੀ ਸੋਝੀ ਆਏਗੀ, ਜੇ ਉਹਦਾ ਥੋੜ੍ਹਾ ਜਿਹਾ ਕਮਲਾਪਨ ਦੂਰ ਹੋਏਗਾ। ਪਰ ਜਦ ਤੱਕ ਬਿਲਕੁਲ ਕਮਲਾ ਹੋਇਆ ਉਹਨਾਂ ਸਮਾਂ ਤਾਂ ਉਹ ਸੁਣਦਾ ਹੀ ਨਹੀਂ ਕਿਸੇ ਦੀ। ਸੋ ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਬਈ ਨਾਮ ਤੋਂ ਬਿਨਾਂ ਇਹ ਜਿਹੜੇ ਮਨ ਸੀ ਇਹ ਸਭ ਦੇ ਕਮਲੇ ਹੋ ਗਏ। ਬਿਨ ਨਾਮੇ ਜਗ ਕਮਲਾ ਫਿਰੇ, ਗੁਰਮੁਖ ਨਦਰੀ ਆਇਆ। ਬਈ ਜਦੋਂ ਗੁਰਮੁਖਾਂ ਨੇ ਦੇਖਿਆ, ਇਹ ਦੇਖ ਕੇ ਫਿਰ ਉਹਨਾਂ ਨੇ ਦੱਸਿਆ ਵੀ ਇਹ ਨਾਮ ਤੋਂ ਬਿਨਾਂ ਕਮਲੇ ਹੋਏ। ਫਿਰ ਮਹਾਰਾਜ ਕਹਿੰਦੇ ਵੀ ਇਹ ਕਮਲੇ ਹੋਏ ਕਿਵੇਂ? ਮਿੱਟੀ ਦਾ ਪੁਤਲਾ ਇਹ ਨੱਚਦਾ ਫਿਰਦਾ। ਜਦੋਂ ਤਾਂ ਇਹ ਕਿਸੇ ਚੀਜ਼ ਦੀ ਪ੍ਰਾਪਤੀ ਕਰਦਾ, ਉਦੋਂ ਤਾਂ ਗਰਵ ਕਰਦਾ, ਉਦੋਂ ਹਉਮੈ ਕਰਦਾ, ਹੰਕਾਰ ਕਰਦਾ। ਜਦੋਂ ਉਹ ਪਦਾਰਥ ਮਾਇਆ ਚਲੀ ਜਾਂਦੀ ਤੇ ਫਿਰ ਰੋਣ ਲੱਗ ਜਾਂਦਾ। ਇਹ ਹਾਲਤ ਦੇਖ ਕੇ ਮਹਾਰਾਜ ਕਹਿੰਦੇ ਮਾਟੀ ਕਾ ਪੁੱਤਰਾ ਕੈਸੇ ਨੱਚਤ ਹੈ, ਦੇखे देखे सुने बोले दौड़ियो फिरत है, जाव किछ पावे तब गर्व करत है, माया गई तब रोवन लगत है। बई ये मिट्टी का पुतला किमें भज्जा फिरदा, दिन रात भज्जा फिरदा, ते जदों कुछ पाउंदा उदों गर्व करदा, हंकार। जदों इहो पदार्थ जांदा लगदा ते उदों ही रोना शुरू कर दिंदा। सो ये हालत फिर कमले मन की, जिहड़ा मन कमला होया। महाराज सच्चे पातशाह कहते बई एक तो आप संसार च देखते हैं जिहड़े जीव कमले होंदे, जिवें शहरां च पिंडां च कई कमले फिरदे, और वो कमला जीव की करदा भी उन्होंने जो भी कुछ मिलता वो इकट्ठा करी जाता। कोई उन्होंने कपड़ा मिल गया, टाकी मिल गई, वो चक ली, कोई डंडा मिल गया वो चक लिया, चाके वो शाम तक वो एक पोटली बना लेंदा ते सौना उन्हें फुटपाथ ते बाहर ही। फिर उन्होंने समझदा भी ये मेरी जायदाद है, मेरी कमाई की हुई। वो फिर उन्होंने सराहने रख के पैंदा ते रात नूं बार बार उठ के देखदा भी है भी किते कोई चोर चोरी ना कर ले। सो इहो हालत सतगुरु कहंदे बई संसार दे विच जीवां दी होगी। बई वो घट इकट्ठा करदा ते असीं उह तों वध इकट्ठा कर लईए, वध इकट्ठा कर करके कई जीव का इन्ना इकट्ठा कर लेंदे रातां दी नींद ही उड़ जाती। वो मुड़ के नींद ही नहीं आती, वो बार बार उहिओ देखी जाती बई हुण किते चोर इनू चोरी भी ना कर लैन, किते मेरे को चला ही ना जाए। सो ये हालत फिर कमले मन की, जिहड़ा मन कमला होया ते फिर गर्व भी करदा, हंकार भी करदा बई मैं बहुता सियाणा, मैं ज़्यादा इकट्ठा कर लिया। जिहदे कोल कुछ नहीं उहनूं कहंदा कमला है, भी इहनूं पता ही नहीं भी मेरे भी तो दो हत्थ ने, बई मैं इन्ना ज़्यादा इकट्ठा कर लिया, मैं इन्ना बना लिया। महाराज सच्चे पातशाह फिर दस दे बई ये है तो दोवें इक्को जी, एक मूर्ख एक आपदे आप नूं सियाणा समझदा। पर गुरबाणी गुर विच ਉਹਨੂੰ महामूर्ख कहते जिहड़ा नाम नूं नहीं बुझदा, जिहड़ा हुक्म दे विच नहीं आउंदा। मारे कहते मूर्ख सियाणा दो एक है, एक जोत दो नाओ, मूर्खां सिर मूर्ख है जे मने ना ही नाओ। बई जिहड़ा नाम नूं नहीं मनदा, जिहड़ा हुक्म दे विच नहीं, वो महामूर्ख, वो वड्डा मूर्ख सब तो ज़्यादा। सो इस वास्ते फिर जदों मन हंकार करदा
ਫਿਰ ਮਨ ਨੂੰ ਕਹਿੰਦੇ ਵੀ ਮੂਰਖ ਹੋਇਆ ਹੋਇਆ ਤੂੰ ਕਾਹਦਾ ਹੰਕਾਰ ਕਾਹਦਾ ਗਰਵ ਕਰਦਾ ਬਈ ਇਹ ਸੰਸਾਰ ਦੇ ਵਿੱਚ ਤਾਂ ਤੂੰ ਇਕੱਠਾ ਤਾਂ ਕਰ ਵੀ ਜੇ ਤੂੰ ਦੁਬਾਰਾ ਆਉਣਾ ਹੋਵੇ ਬਈ ਮੈਂ ਇਕੱਠਾ ਕਰ ਕਰਕੇ ਰੱਖੀ ਜਾਣਾ ਅਤੇ ਜਦੋਂ ਦੁਬਾਰਾ ਆਵਾਂਗਾ ਫਿਰ ਇਹਨੂੰ ਆ ਕੇ ਵਰਤ ਲਾਂਗਾ। ਜਦੋਂ ਤੋਂ ਦੁਬਾਰਾ ਇੱਥੇ ਆਉਣਾ ਮਨੀ ਵਾਪਸ ਇਹ ਵੀ ਨਹੀਂ ਬਈ ਤੂੰ ਸਦਾ ਰਹਿਣਾ, ਇਹ ਘਰ ਤੈਨੂੰ ਛੱਡਣਾ ਹੀ ਪੈਣਾ, ਇਹ ਖਾਲੀ ਕਰਨਾ ਪੈਣਾ, ਇੱਥੇ ਤੂੰ ਸਦਾ ਨਹੀਂ ਰਹਿ ਸਕਦਾ। ਫਿਰ ਤੂੰ ਕਾਹਦਾ ਗਰਭ ਕਾਹਦਾ ਹੰਕਾਰ ਕਰਦਾ ਅਤੇ ਕਾਹਦੇ ਪਿੱਛੇ ਭੱਜਿਆ ਫਿਰਦਾ। ਮਹਾਰਾਜ ਕਹਿੰਦੇ ਮੂਰਖ ਮਨ ਕਾਹੇ ਕਰ ਸੇ ਮਨ, ਉੱਠ ਚੱਲਣਾ ਖਸਮੇ ਭਾਣਾ, ਤਜ ਸਾਧ ਸਹਿ ਸੁਖ ਹੋਈ, ਘਰ ਛੱਡਣੇ ਬਿਨ ਰਹੇ ਨਾ ਕੋਈ, ਕਿਛ ਖਾ ਜਾਈਏ ਕਿਛ ਧਰ ਜਾਈਏ, ਜੇ ਬੌਰ ਦੁਨੀਆ ਆਈਏ। ਬਈ ਫੇਰ ਤਾਂ ਇਕੱਠਾ ਕਰ ਰੱਖੀ ਚੱਲੋ, ਸਾਂਭੀ ਚੱਲੋ, ਵੀ ਫੇਰ ਆਵਾਂਗੇ ਫੇਰ ਵਰਤ ਲਾਂਗੇ, ਦੁਬਾਰਾ ਆਉਣਾ ਨਹੀਂ ਅਤੇ ਪੱਕੇ ਰਹਿਣਾ ਕੋਈ ਨਹੀਂ ਇੱਥੇ। ਬਈ ਅਸੀਂ ਕਿਹੜਾ ਇੱਥੋਂ ਜਾਣਾ ਜੀ, ਇਕੱਠਾ ਕਰੀ ਜਾਂਦੇ। ਸੋ ਐਸੀ ਭਾਸ਼ਾ 'ਚ ਫਿਰ ਸਤਿਗੁਰੂ ਸਮਝਾਉਂਦੇ ਵੀ ਇਹ ਸੰਸਾਰ ਦਾ ਜਿਹੜਾ ਸਾਰਾ ਖੇਲ ਇਹ ਉਲਟ ਚੱਲਦਾ, ਪੁੱਠਾ ਹੋਇਆ ਹੋਇਆ। ਗੁਰਬਾਣੀ ਗੁਰੂ ਵਿੱਚ ਆਪਾਂ ਨੂੰ ਸਿੱਧਾ ਦੱਸਿਆ ਸੰਸਾਰ ਦਾ ਉਲਟ ਇਹਦਾ ਪੁੱਠਾ ਚੱਲਦਾ। ਸੰਸਾਰ ਉਹ ਜੀਵਾਂ ਨੂੰ ਕਹਿੰਦਾ ਵੀ ਇਹਨਾਂ ਨੇ ਤਰੱਕੀ ਕਰ ਲਈ, ਵੀ ਜਿਨ੍ਹਾਂ ਨੇ ਜ਼ਿਆਦਾ ਧਨ ਇਕੱਠਾ ਕਰ ਲਿਆ, ਜ਼ਿਆਦਾ ਵੱਡਾ ਘਰ-ਬਾਰ ਬਣਾ ਲਿਆ, ਜ਼ਮੀਨ ਜਾਇਦਾਦ ਜ਼ਿਆਦਾ ਬਣਾ ਲਈ, ਕਹਿੰਦੇ ਵੀ ਇਹਨਾਂ ਨੇ ਵੱਧ ਤਰੱਕੀ ਕਰ ਲਈ। ਜੇ ਉਹਨਾਂ ਨੇ ਨਾਮ ਨੂੰ ਨਹੀਂ ਬੁੱਝਿਆ, ਜੇ ਉਹ ਭਗਤੀ ਨਹੀਂ ਕਰਦੇ, ਫਿਰ ਉਹਨਾਂ ਨੇ ਤਰੱਕੀ ਕੋਈ ਨਹੀਂ ਕੀਤੀ, ਉਹ ਜ਼ਿਆਦਾ ਮਾਇਆ ਦੇ ਵਿੱਚ ਹੋਰ ਧੱਸ ਗਏ, ਹੋਰ ਫਸ ਗਏ। ਜਿਵੇਂ ਸਤਿਗੁਰੂ ਕਹਿੰਦੇ ਵੀ ਸੰਸਾਰ ਦੇ ਵਿੱਚ ਉਹ ਜੀਵ ਚਲਾ ਜਾਂਦਾ, ਜਦੋਂ ਸੰਸਾਰ 'ਚੋਂ ਜੀਵ ਜਾਂਦਾ, ਮਾਤਾ ਪਿਤਾ ਗਏ ਅਤੇ ਜਿਹੜੇ ਉਹਨਾਂ ਦੇ ਬੱਚੇ ਸੀ ਉਹਨਾਂ ਨੇ ਕਾਰੋਬਾਰ ਸਾਂਭ ਲਏ। ਔਰ ਜਦੋਂ ਉਹਨਾਂ ਨੇ ਸਾਂਭਿਆ ਅਤੇ ਸੰਸਾਰੀ ਜੀਵ ਕਹਿੰਦੇ ਵੀ ਮਾਂ ਪਿਓ ਨੇ ਘੱਟ ਬਣਾਇਆ ਸੀ, ਬੱਚਿਆਂ ਨੇ ਉਹਦਾ ਜ਼ਿਆਦਾ ਬਣਾ ਲਿਆ। ਗੁਰੂ ਅਰਜਨ ਪਾਤਸ਼ਾਹ ਕਹਿੰਦੇ ਵੀ ਮਾਂ ਪਿਓ ਘੱਟ ਧਸੇ ਸੀ, ਬੱਚੇ ਉਦੋਂ ਵੱਧ ਧਸ ਗਏ ਮਾਇਆ 'ਚ। ਬਈ ਉਹਨਾਂ ਬੱਚਿਆਂ ਨੇ ਉਹਨਾਂ ਤੋਂ ਦੁੱਗਣੀ ਮਾਇਆ ਨੂੰ ਹੋਰ ਦ੍ਰਿੜ ਕਰ ਲਈ। ਮਾਂ ਪਿਓ ਨੇ ਘੱਟ ਕੀਤਾ ਸੀ, ਬੱਚਿਆਂ ਨੇ ਉਦੋਂ ਵੱਧ ਕਰ ਲਏ। ਮਹਾਰਾਜ ਕਹਿੰਦੇ ਅਗਲੇ ਮੂਏ ਸੇ ਪਾਛੇ ਪਰੇ, ਜੋ ਉਭਰੇ ਸੋ ਬੰਦ ਲੱਕ ਖੜੇ, ਜੈ ਧੰਦੇ ਮੈਂ ਹੋਏ ਲਪਟਾਏ, ਉਨ ਤੇ ਦੁਗਣ ਦਿੜੀ ਉਨ ਮਾਏ। ਬਈ ਜਿਹੜਾ ਧੰਦਾ ਕਰਦੇ ਉਹ ਬਜ਼ੁਰਗ ਚਲੇ ਗਏ ਸਾਡੇ, ਉਸੇ ਧੰਦੇ ਨੂੰ ਅਸੀਂ ਉਦੋਂ ਦੁੱਗਣਾ ਦ੍ਰਿੜ ਕਰ ਲਿਆ ਹੋਰ। ਅਤੇ ਸੰਸਾਰ ਇਹਨੂੰ ਕਹਿੰਦਾ ਵੀ ਇਹਨਾਂ ਨੇ ਤਰੱਕੀ ਕਰ ਲਈ। ਅਤੇ ਗੁਰੂ ਸਾਹਿਬ ਕਹਿੰਦੇ ਵੀ ਜੇ ਤੁਸੀਂ ਨਾਮ ਦੇ ਨਾਲ ਨਹੀਂ ਜੁੜੇ ਤਾਂ ਤੁਸੀਂ ਤਰੱਕੀ ਥੋੜ੍ਹੀ ਕੀਤੀ, ਬਈ ਤੁਸੀਂ ਤਾਂ ਹੋਰ ਧੱਸ ਗਏ ਮਾਇਆ 'ਚ, ਹੋਰ ਫਸ ਗਏ ਵਿੱਚ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਮਾਇਆ ਦੇ ਕਾਰਜ ਜਿਹੜੇ ਇਹ ਕਦੇ ਪੂਰੇ ਨਹੀਂ ਹੁੰਦੇ, ਨਾ ਹੀ ਇਹ ਕਦੇ ਕਿਸੇ ਨੇ ਕੀਤੇ ਨੇ, ਅਤੇ ਨਾ ਹੀ ਇਹ ਕਦੇ ਪੂਰੇ ਹੋਣੇ, ਅਤੇ ਉੱਧਰੋਂ ਸਮਾਂ ਜੀਵ ਦਾ ਪੂਰਾ ਹੋ ਜਾਂਦਾ। ਇਸ ਲਈ ਆਪਣੇ ਵੱਡੇ ਵਡੇਰੇ ਕਰ ਕਰਕੇ ਚਲੇ ਗਏ, ਪਰ ਇਹ ਕੰਮ ਕਿਸੇ ਦੇ ਨਹੀਂ ਨਿਬੜੇ। ਮਹਾਰਾਜ ਕਹਿੰਦੇ ਕਰ ਕਰ ਥੱਕ ਕੇ ਵੱਡੇ ਵਡੇਰੇ, ਕਿਨਹੀ ਨਾ ਕੀਏ ਮਾਇਆ ਕਾਜ ਪੂਰੇ। ਮਾਇਆ ਦੇ ਕਾਰਜ ਕਦੇ ਪੂਰੇ ਨਾ ਹੋਏ, ਉੱਧਰੋਂ ਸਮਾਂ ਪੂਰਾ ਹੋ ਗਿਆ ਅਤੇ ਉਹ ਫਿਰ ਅੱਗੇ ਚਲੇ ਗਏ ਜੀਵਨ ਦੀ ਬਾਜੀ ਨੂੰ ਹਾਰ ਕੇ। ਸੋ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਸਾਡਾ ਕਾਰਜ ਸਭ ਦਾ ਇੱਕੋ ਹੀ ਹੈ। ਮਾਲਕ ਪਰਮਾਤਮਾ ਨੂੰ ਮਿਲਣਾ ਅਤੇ ਉਹ ਕਾਰਜ ਸਵਾਰ ਲਓ ਜਿਹੜਾ ਇੱਕ ਹੈ, ਇਹ ਨਹੀਂ ਸੰਵਰਨੇ। ਜੇ ਅਸੀਂ ਇਹਨਾਂ ਨੂੰ ਸਵਾਰਨ ਲੱਗੇ ਹੋਏ ਹਾਂ ਬਈ ਇਹ ਸਾਡੇ ਪੂਰੇ ਹੋ ਜਾਣਗੇ, ਜਿਵੇਂ ਸੰਸਾਰ 'ਚ ਆਮ ਜੀਵ ਕਹਿ ਦਿੰਦੇ ਬਈ ਹੁਣ ਕੰਮ ਬਹੁਤ ਆ ਜੀ, ਵਿਹਲੇ ਹੋ ਕੇ ਕਰਾਂਗੇ। ਕਿਸੇ ਨੂੰ ਆਪਾਂ ਕਹੀਏ ਵੀ ਸੰਗਤ ਕਰੋ, ਕਹਿੰਦੇ ਕੰਮ ਬਹੁਤ ਹੈ, ਸਮਾਂ ਨਹੀਂ ਹੈ ਹਜੇ, ਕੰਮ ਥੋੜ੍ਹਾ ਜਿਹਾ ਨਿਬੜ ਜਾਵੇ ਅਤੇ ਫਿਰ ਕਰਿਆ ਕਰਾਂਗੇ। ਕਿਸੇ ਨੂੰ ਆਖੋ ਵੀ ਸਿਮਰਨ ਕਰੋ ਅਤੇ ਉਹ ਕਹਿੰਦਾ ਸਮਾਂ ਹੀ ਨਹੀਂ, ਸਿਮਰਨ ਕਰਨ ਦਾ ਸਮਾਂ ਨਹੀਂ, ਕੰਮ ਬਹੁਤ। ਹੁਣ ਜੇ ਅਸੀਂ ਇਹੀਓ ਸੋਚਾਂਗੇ ਵੀ ਅਸੀਂ ਵਿਹਲੇ ਹੋ ਕੇ ਕਰਾਂਗੇ ਅਤੇ ਵਿਹਲੇ ਤਾਂ ਅਸੀਂ ਹੋਣ ਨਹੀਂ ਲੱਗੇ, ਕਿਉਂਕਿ ਮਾਇਆ ਦੇ ਕਾਰਜ ਕਦੇ ਪੂਰੇ ਨਹੀਂ ਹੁੰਦੇ, ਕਿਸੇ ਦੇ ਵੀ ਨਹੀਂ ਹੁੰਦੇ ਕਦੇ ਵੀ। ਸੋ ਇਸ ਵਾਸਤੇ ਫਿਰ ਮਹਾਰਾਜ ਕਹਿੰਦੇ
ਬਈ ਤੁਹਾਡਾ ਜਿਹੜਾ ਅਸਲ ਕਾਰਜ ਹੈ ਉਹਦੇ ਵਿੱਚ ਆਲਸ ਨਾ ਕਰੋ, ਉਹਦੇ ਵਿੱਚ ਢਿੱਲ ਨਾ ਵਰਤੋ। ਤੇ ਸਾਡਾ ਸਭ ਦਾ ਕਾਰਜ ਇੱਕੋ ਹੀ ਹੈ, ਰਾਮ ਸਿਮਰ ਇਹ ਤੇਰੇ ਕਾਜ ਹੈ। ਜੇ ਹੁਣ ਅਸੀਂ ਮਾਲਕ ਦਾ ਸਿਮਰਨ ਕਰਾਂਗੇ ਤੇ ਸਾਡਾ ਜਿਹੜਾ ਕਾਰਜ ਉਹ ਕਾਰਜ ਸਵਰ ਜੇਗਾ, ਸਾਡੇ ਕਾਰਜ ਦੇ ਵਿੱਚ ਕੋਈ ਵਿਘਨ ਨਹੀਂ ਪਏਗਾ। ਮਹਾਰਾਜ ਕਹਿੰਦੇ ਪ੍ਰਭ ਸਿਮਰਤ ਕਿਛ ਵਿਘਨ ਨਾ ਲਾਗੀ, ਪ੍ਰਭ ਕੇ ਸਿਮਰਨ ਆਨੰਦਿਨ ਜਾਗੀ। ਜੇ ਅਸੀਂ ਸਿਮਰਨ ਕਰਾਂਗੇ ਸਾਡੇ ਵਿੱਚ ਕੋਈ ਰੁਕਾਵਟ ਨਹੀਂ ਪੈਣੀ ਮਾਲਕ ਦੇ ਮਿਲਾਪ ਦੇ ਵਿੱਚ। ਸਾਡਾ ਜਿਹੜਾ ਇਹ ਕਾਰਜ ਹੈ, ਸਾਡਾ ਕਾਰਜ ਸਹਿਜ ਸੁਭਾਅ ਹੋ ਜਾਣਾ ਤੇ ਅਸੀਂ ਆਮਦਨ ਜਾਗ ਪੈਣਾ, ਸਾਡੇ ਮਨ ਨੇ ਜਾਗ ਪੈਣਾ। ਸੋ ਇਸ ਵਾਸਤੇ ਫਿਰ ਕਹਿੰਦੇ ਵੀ ਇਹ ਸਾਡੇ ਮਨ ਦਾ ਕਾਰਜ ਹੈ, ਮਾਲਕ ਨੂੰ ਮਿਲਣਾ, ਪਰਮਾਤਮਾ ਨੂੰ ਮਿਲਣਾ। ਬਾਕੀ ਜਿਹੜੇ ਅਸੀਂ ਹੋਰ ਵਿਚਾਰ ਲੈਂਦੇ ਹਾਂ, ਫੁਰਨੇ ਲੈਂਦੇ, ਇਹਨਾਂ ਨੂੰ ਅਵਰ ਕਾਜ ਕਹਿੰਦੇ। ਇਹ ਅਵਰ ਕਾਜ ਸਾਡੇ ਮਨ ਦੇ ਕਿਸੇ ਕੰਮ ਆਉਣ ਵਾਲੇ ਨਹੀਂ। ਸਤਿਗੁਰੂ ਇਸ ਲਈ ਸਮਝਾਉਂਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹਲੇ ਅਵਰ ਕਾਜ ਕੀ ਨੇ? ਅਵਰ ਕਾਜ ਨੇ ਵਿਚਾਰ। ਜਿਵੇਂ ਹੁਣ ਆਪਾਂ ਇੱਥੇ ਬੈਠੇ ਹਾਂ, ਇੱਥੇ ਬੈਠੇ ਹੋਏ ਅਸੀਂ ਧਿਆਨ ਕਰ ਲਿਆ ਜੀ ਵੀ ਸਾਡਾ ਘਰੇ ਆਹ ਕੰਮ ਕਰਨ ਵਾਲਾ, ਤੇ ਉਹ ਕੀ ਹੋਇਆ ਵੀ ਅਸੀਂ ਇੱਥੇ ਬੈਠੇ ਹੀ ਉਹ ਅਵਰ ਕਾਜ ਕਰਨ ਚੱਲੇ ਗਏ, ਔਰ ਨਾ ਅਸੀਂ ਲਿਆ ਤੇ ਉਹ ਅਵਰ ਕਾਜ ਚੱਲ ਪਿਆ। ਔਰ ਇਹਨਾਂ ਨੂੰ ਅਵਰ ਕਾਜ ਕਹਿੰਦੇ। ਮਹਾਰਾਜ ਕਹਿੰਦੇ ਵੀ ਜਿਹੜੇ ਇਹ ਅਸੀਂ ਵਿਚਾਰ ਲੈਂਦੇ ਹਾਂ, ਫੁਰਨੇ ਲੈਂਦੇ ਹਾਂ, ਇਹ ਸਾਡੇ ਅਵਰ ਕਾਜ ਤੇ ਇਹ ਸਾਡੇ ਮਨ ਦੇ ਕਿਸੇ ਕੰਮ ਆਉਣ ਵਾਲੀ ਨਹੀਂ। ਇਹ ਅਵਰ ਕਾਜਾਂ ਦੀ ਹੀ ਸਾਡੇ ਮਨ ਦੇ ਉੱਤੇ ਮੈਲ ਚੜ੍ਹਦੀ। ਫਿਰ ਆਪਾਂ ਨੂੰ ਕਹਿੰਦੇ ਬਈ ਤੁਸੀਂ ਆਪਦਾ ਘਰ ਦਾ ਕੰਮ ਕਰੋ, ਬਾਕੀ ਜਿਹੜੇ ਕਰਮ ਮਨ ਦੇ ਉਹ ਸਾਰੇ ਛੱਡ ਦਿਓ, ਵਿਚਾਰ ਫੁਰਨੇ ਲੈਣੇ ਛੱਡ ਦਿਓ ਤੇ ਇੱਕੋ ਹੀ ਕਰਮ ਕਰੋ, ਉਹ ਹੈ ਸਿਮਰਨ ਕਰਨ। ਸਤਿਗੁਰੂ ਕਹਿੰਦੇ ਰਾਮ ਰਾਮ ਬੋਲ, ਰਾਮ ਰਾਮ ਤਿਆਗੋ ਮਨ ਕੇ ਸਗਲ ਕਾਮ। ਬਈ ਮਨ ਦੇ ਬਾਕੀ ਸਾਰੇ ਕੰਮ ਛੱਡ ਕੇ, ਵਿਚਾਰ ਫੁਰਨੇ ਛੱਡ ਕੇ ਮਨ ਨੂੰ ਇੱਕੋ ਕੰਮ 'ਤੇ ਲਾਵੋ, ਉਹ ਹੈ ਸਿਮਰਨ ਕਰਨਾ ਵਾਹਿਗੁਰੂ। ਜਦੋਂ ਅਸੀਂ ਇਹ ਸਿਮਰਨ ਕਰਾਂਗੇ, ਇਹ ਸਾਡਾ ਆਪਦਾ ਕੰਮ ਹੈ, ਇਹ ਸਾਡਾ ਨਿੱਜੀ ਕਰਮ ਹੈ। ਜਦੋਂ ਅਸੀਂ ਇਹ ਕਰਾਂਗੇ, ਇਹਦੇ ਨਾਲ ਸਾਡੇ ਮਨ ਨੂੰ ਇੱਥੇ ਵੀ ਸੁੱਖ ਮਿਲੇਗਾ। ਇਹ ਜਦੋਂ ਅਸੀਂ ਆਪਦੇ ਘਰ ਜਾਣਾ, ਦਰਗਾਹ ਦੇ ਵਿੱਚ ਵੀ ਸਾਡਾ ਮੁੱਖ ਉਜਲ ਹੋ ਜਾਣਾ, ਉੱਥੇ ਵੀ ਸਾਨੂੰ ਥਾਂ ਮਿਲਣੀ। ਫਿਰ ਮਹਾਰਾਜ ਕਹਿੰਦੇ ਵੀ ਆਪਦੇ ਕਾਰਜ ਦੇ ਵਿੱਚ ਢਿੱਲ ਨਾ ਕਰੋ, ਇਹਦੇ 'ਚ ਆਲਸ ਨਾ ਵਰਤੋ। ਸਤਿਗੁਰੂ ਫਰਮਾਉਂਦੇ ਆਪਣੇ ਕਾਰਜ ਕੋ ਕਿਉਂ ਅਲਕਾਈਏ, ਜਿਤ ਸਿਮਰਤ ਦਰਗਾਹ ਮੁਖ ਉਜਲ, ਸਦਾ ਸਦਾ ਸੁਖ ਪਾਈਏ। ਬਈ ਜਿਹੜਾ ਕਰਮ ਕਰਕੇ ਅਸੀਂ ਸਦਾ ਸੁਖੀ ਹੋ ਜਾਣਾ, ਸਾਡਾ ਮੁਖ ਉਜਲ ਹੋ ਜਾਣਾ, ਤੇ ਉਹਦੇ ਵਿੱਚ ਕਾਹਦੇ ਲਈ ਢਿੱਲ ਕਰਦੇ, ਕਾਹਦੇ ਲਈ ਆਲਸ ਵਰਤਦੇ। ਪਰ ਇਹ ਜਿਹੜਾ ਮਨ ਹੈ ਇਹ ਇੱਧਰ ਇੰਨਾ ਆਦੀ ਹੋ ਗਿਆ ਅਵਰ ਕਾਜ ਕਰਨ ਦਾ, ਇਹ ਵਿਚਾਰਾਂ ਦੇ ਵਿੱਚ ਤਾਂ ਭੱਜ ਭੱਜ ਜਾਂਦਾ, ਪਰ ਇਹ ਸਿਮਰਨ ਕਰਨ ਵਾਸਤੇ ਆਲਸ ਕਰਦਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਈ ਚੰਗਿਆਈ ਵਾਸਤੇ ਜਦੋਂ ਆਪਦਾ ਭਲਾ ਹੋਣਾ, ਉਹਦੇ ਵਾਸਤੇ ਆਲਸ, ਤੇ ਬਰਿਆਈ ਵਾਸਤੇ ਉਦੋਂ ਸ਼ੇਰ ਬਣ ਜਾਂਦਾ। ਸਤਿਗੁਰੂ ਕਹਿੰਦੇ ਚੰਗਿਆਈ ਆਲਕ ਕਰੇ, ਬਰਿਆਈ ਹੋਏ ਸ਼ੇਰ। ਜਿਵੇਂ ਆਪਾਂ ਸੰਸਾਰ 'ਚ ਦੇਖਦੇ ਹਾਂ, ਆਪਾਂ ਕਹੀਏ ਨਾ ਵੀ ਸਿਮਰਨ ਕਰੋ, ਤੇ ਸਿਮਰਨ ਵੇਲੇ ਜੀਵਾਂ ਦੀ ਆਵਾਜ਼ ਨਹੀਂ ਨਿਕਲਦੀ। ਜਿਵੇਂ ਕੋਈ ਪ੍ਰੋਗਰਾਮ ਹੋਵੇ, ਆਪਾਂ ਕਹਿੰਦੇ ਵੀ ਅਭਿਆਸ ਕਰੋ, ਅਭਿਆਸ ਵੇਲੇ ਜੀਵ ਬਹੁਤ ਘੱਟ ਬੋਲਦੀ, ਤੇ ਜਦੋਂ ਸਮਾਪਤੀ ਹੋ ਜਾਂਦੀ ਸੰਸਾਰ ਦੀਆਂ ਗੱਲਾਂ, ਦੁਬਦਾ ਦੀ ਗੱਲ, ਈਰਖਾ ਦੀ ਗੱਲ, ਨਿੰਦਿਆ ਚੁਗਲੀ ਦੀਆਂ ਗੱਲਾਂ, ਉਹਨਾਂ ਵਾਸਤੇ ਕਿਵੇਂ ਸ਼ੇਰ ਹੋ ਜਾਂਦੇ, ਫਿਰ ਬਹੁਤ ਆਵਾਜ਼ਾਂ ਨਿਕਲਦੀਆਂ। ਇਸ ਵਾਸਤੇ ਮਹਾਰਾਜ ਕਹਿੰਦੇ ਵੀ ਜਦੋਂ ਤਾਂ ਚੰਗਾ ਆਪਦਾ ਭਲਾ ਕਰਨਾ, ਉਦੋਂ ਤਾਂ ਆਲਕ ਕਰਦਾ, ਉਦੋਂ ਆਵਾਜ਼ ਨਹੀਂ ਨਿਕਲਦੀ। ਜਦੋਂ ਬੁਰਾ ਕੰਮ, ਉਦੋਂ ਬੜਾ ਸ਼ੇਰ ਬਣ ਜਾਂਦਾ।
ਜਦੋਂ ਫੇਕਾ ਬੋਲਣਾ, ਮਾੜਾ ਬੋਲਣਾ, ਉਦੋਂ ਬੜਾ ਉੱਚੀ ਬੋਲਦਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਤਿਗੁਰੂ ਇਹੋ ਸਮਝਾਉਂਦੇ ਵੀ ਇਹਦੇ ਵਿੱਚ ਸਾਡਾ ਆਪਣਾ ਭਲਾ ਹੋ, ਬਈ ਤੁਸੀਂ ਆਪਦੇ ਭਲੇ ਵਾਸਤੇ ਸਿਮਰਨ ਕਰਨਾ, ਨਾ ਕਿ ਕਿਸੇ ਹੋਰ ਵਾਸਤੇ। ਹੁਣ ਇਹ ਜਿਹੜਾ ਸਾਡਾ ਮਨ ਬੁਰਾ ਹੋ ਗਿਆ, ਇਹਦੇ 'ਤੇ ਮੈਲ ਚੜ੍ਹ ਗਈ, ਤੇ ਮਹਾਰਾਜ ਕਹਿੰਦੇ ਇਹਦਾ ਹੀ ਭਲਾ ਕਰਨਾ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਈ, ਦੇਹੀ ਰੋਗ ਨਾ ਲੱਗੀ, ਪੱਲੇ ਸਭ ਕੁਛ ਪਾਏ। ਬਈ ਇਹ ਜਿਹੜਾ ਮਨ ਬੁਰਾ ਹੋ ਗਿਆ, ਇਹਦੇ 'ਤੇ ਜਿਹੜੀ ਮੈਲ ਚੜ੍ਹ ਗਈ, ਇਹਦੇ 'ਤੇ ਅਵਰ ਕਾਜ ਦੀ ਇਹਦੀ ਮੈਲ ਲਾਉਣੀ ਅਤੇ ਇਹਦਾ ਇਸ਼ਨਾਨ ਕਰਾਉਣਾ, ਅਤੇ ਇਹਦੇ ਵਿੱਚ ਇਹਦਾ ਹੀ ਭਲਾ ਹੋਣਾ। ਜਿਵੇਂ ਹੁਣ ਜਿਹੜਾ ਕਮਲਾ ਜੀਵ ਹੈ, ਕਮਲੇ ਨੂੰ ਆਪਾਂ ਡਾਕਟਰ ਪਾਸ ਲੈ ਕੇ ਜਾਈਏ, ਹੈ ਤਾਂ ਉਹਦਾ ਹੀ ਭਲਾ, ਉਹਨੂੰ ਦਵਾਈ ਦਈਏ, ਪਰ ਉਹ ਭਲਾ ਸਮਝਦਾ ਨਹੀਂ, ਉਹ ਦਵਾਈ ਲੈਂਦਾ ਨਹੀਂ, ਉਹ ਡਾਕਟਰ ਪਾਸ ਜਾਂਦਾ ਨਹੀਂ। ਉਹ ਸਮਝਦਾ ਹੈ ਵੀ ਸ਼ਾਇਦ ਵੀ ਇਹ ਮੇਰਾ ਬੁਰਾ ਕਰਦੇ। ਔਰ ਇਸੇ ਤਰ੍ਹਾਂ ਹੀ ਸਤਿਗੁਰੂ ਤਾਂ ਆਪਣਾ ਸਭ ਦਾ ਹੀ ਭਲਾ ਕਰਦੇ। ਮਹਾਰਾਜ ਕਹਿੰਦੇ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਈ। ਬਈ ਉਹ ਤਾਂ ਸਾਡੇ ਸਾਰੇ ਜੀਵਾਂ ਦਾ ਭਲਾ ਹੀ ਕਰਦੇ, ਪਰ ਸਾਨੂੰ ਉਹਨਾਂ ਦਾ ਕੀਤਾ ਹੋਇਆ ਭਲਾ ਉਹ ਭਲਾ ਲੱਗਦਾ। ਮਹਾਰਾਜ ਕਹਿੰਦੇ ਤੁਮ ਕਰੋ ਭਲਾ ਹਮ ਭਲੋ ਨਾ ਜਾਣੇ, ਤੂੰ ਸਦਾ ਸਦਾ ਦਿਆਲਾ। ਮਾਲਕ ਸਦਾ ਹੀ ਦਿਆਲੂ ਅਤੇ ਸਦਾ ਹੀ ਸਾਡਾ ਜੀਵਾਂ ਦਾ ਭਲਾ ਕਰਦਾ, ਪਰ ਜਦੋਂ ਸਾਡੇ ਮਨ ਕਮਲੇ ਹੋਏ ਹੁੰਦੇ, ਉਹ ਕਮਲੇ ਨੂੰ ਆਪਦੀ ਭਲਾਈ ਲੱਗਦੀ ਨਹੀਂ, ਉਹ ਉਹਨਾਂ ਨਾਲ ਹੀ, ਜਿਹੜਾ ਉਹਦਾ ਭਲਾ ਕਰਦਾ ਉਹਨਾਂ ਨਾਲ ਹੀ ਲੜੀ ਜਾਂਦਾ, ਉਹ ਉਹਦੇ ਨਾਲ ਹੀ ਈਰਖਾ, ਉਹਦੇ ਨਾਲ ਹੀ ਫਿੱਕੇ ਬੋਲੀ ਜਾਂਦਾ, ਉਹਨੂੰ ਹੀ ਮਾੜਾ ਬੋਲੀ ਜਾਂਦਾ ਜਿਹੜਾ ਉਹਦਾ ਭਲਾ ਚਾਹੁੰਦਾ। ਔਰ ਇਸੇ ਤਰ੍ਹਾਂ ਹੀ ਸਤਿਗੁਰੂ ਫਿਰ ਆਪਾਂ ਨੂੰ ਸਮਝਾਉਂਦੇ ਬਈ ਮਾਲਕ ਸਾਡਾ ਜੀਵਨ ਦਾ ਹਮੇਸ਼ਾ ਭਲਾ ਹੀ ਕਰਦੇ, ਪਰ ਉਹਦਾ ਭਲਾ ਕੀਤਾ ਹੋਇਆ ਸਾਨੂੰ ਭਲਾ ਉਦੋਂ ਪ੍ਰਤੀਤ ਹੁੰਦਾ ਜਦੋਂ ਅਸੀਂ ਗੁਰੂ ਦੀ ਮੱਤ ਲੈਂਦੇ। ਜਦੋਂ ਆਪਣਾ ਮਨ ਹੁਕਮ ਦੇ ਵਿੱਚ ਆਏਗਾ, ਫਿਰ ਸਾਨੂੰ ਸਾਰਾ ਹੀ ਉਹਦਾ ਕੀਤਾ ਹੋਇਆ ਭਲਾ ਲੱਗਦਾ। ਜਿਵੇਂ ਆਪਾਂ ਹੁਣ ਆਪਦੀ ਹਾਲਤ ਦੇਖੀਏ ਅਤੇ ਆਪਾਂ ਗੁਰਮੁਖਾਂ ਦਾ ਜੀਵਨ ਦੇਖੀਏ, ਹੁਣ ਆਪਾਂ ਨੂੰ ਥੋੜ੍ਹੀ ਜਿਹੀ ਤਕਲੀਫ ਹੁੰਦੀ ਸਰੀਰ ਨੂੰ, ਤਨ ਨੂੰ ਹੀ, ਉਦੋਂ ਹੀ ਜੇ ਮਨ ਰੋਸ ਕਰਨ ਲੱਗ ਜਾਂਦਾ। ਅਤੇ ਜਿਹੜੇ ਗੁਰਮੁਖਾਂ ਦਾ ਆਪਾਂ ਜੀਵਨ ਦੇਖਦੇ ਹਾਂ ਇਤਿਹਾਸ, ਬਈ ਜਿਨ੍ਹਾਂ ਨੂੰ ਬੰਦ ਕੱਟਿਆ ਗਿਆ, ਉਹਨਾਂ ਨੇ ਕਦੇ ਰੋਸ ਨਹੀਂ ਕੀਤਾ। ਜਿਨ੍ਹਾਂ ਨੂੰ ਚਰਖੜੀਆਂ 'ਤੇ ਚੜ੍ਹਾ ਦਿੱਤਾ, ਉਹਨਾਂ ਨੇ ਕਦੇ ਰੋਸ ਨਹੀਂ ਕੀਤਾ, ਕਿਉਂਕਿ ਉਹ ਹੁਕਮ 'ਚ ਨੇ, ਉਹਨਾਂ ਨੂੰ ਉਹਦਾ ਉਹੀਓ ਭਾਣਾ ਮਿੱਠਾ ਲੱਗਦਾ, ਪਿਆਰਾ ਲੱਗਦਾ। ਬਈ ਤੇ ਤੋਂ ਬਿਨਾਂ ਹੋਰ ਕੋਈ ਦੂਜਾ ਹੈ ਨਹੀਂ, ਬਈ ਜੋ ਤੂੰ ਕਰਦਾ ਉਹੀਓ ਸਾਡੇ ਵਾਸਤੇ ਭਲਾ। ਇਹੋ ਫਿਰ ਆਪਾਂ ਨੂੰ ਗੁਰੂ ਅਰਜਨ ਦੇਵ ਜੀ ਸਮਝਾਉਂਦੇ ਵੀ ਸਾਨੂੰ ਗੁਰੂ ਇਹੋ ਸਮੱਤ ਦਿੰਦਾ ਹੈ ਬਈ ਜੋ ਵੀ ਹੋਣਾ ਮਾਲਕ ਦੀ ਮਰਜ਼ੀ ਨਾਲ ਹੀ ਹੋਣਾ, ਉਹਦੀ ਮਰਜ਼ੀ ਤੋਂ ਬਿਨਾਂ ਕੁਛ ਹੁੰਦਾ ਨਹੀਂ। ਇਸ ਲਈ ਮਹਾਰਾਜ ਕਹਿੰਦੇ ਵੀ ਅਸੀਂ ਚਿੰਤਾ ਫਿਕਰ ਛੱਡ ਕੇ ਹੁਣ ਚਿੰਤ ਅਵਸਥਾ 'ਚ ਰਹਿੰਦੇ। ਗੁਰ ਕਹੇ ਆਸਾ ਪ੍ਰਭ ਤੇ ਹੋਏ, ਤਬ ਕਾੜਾ ਛੋੜ ਚਿੰਤ ਹਮ ਸੋਈ। ਬਈ ਹੁਣ ਸਾਡਾ ਮਨ ਕੱਢਦਾ ਨਹੀਂ, ਇਹ ਫਿਕਰ ਨਹੀਂ ਕਰਦਾ, ਕਿਉਂਕਿ ਤੇਰੇ ਤੋਂ ਬਿਨਾਂ ਕੁਝ ਹੋਣਾ ਨਹੀਂ। ਜਿਵੇਂ ਭਗਤ ਬਾਬਾ ਕਬੀਰ ਜੀ ਨੂੰ ਜਦੋਂ ਸਜ਼ਾ ਦੇਣ ਲੱਗੇ, ਰਾਜੇ ਨੇ ਸਜ਼ਾ ਸੁਣਾਤੀ ਵੀ ਇਹਨਾਂ ਨੂੰ ਚਿਖਾ 'ਤੇ ਰੱਖ ਕੇ ਵੀ ਇਹਨਾਂ ਨੂੰ ਜਿਉਂਦਿਆਂ ਨੂੰ ਸਾੜ ਦਿੱਤੀ। ਹੁਣ ਜਦੋਂ ਚਿਖਾ ਤਿਆਰ ਕੀਤੀ ਗਈ ਅਤੇ ਉਹਨਾਂ ਨੂੰ ਉੱਪਰ ਬਿਠਾਇਆ ਗਿਆ, ਅਤੇ ਵਿੱਚ ਜੀਵਾਂ ਨੂੰ ਹਮਦਰਦੀ ਵੀ ਹੁੰਦੀ। ਬਈ ਤੁਹਾਨੂੰ ਸਜ਼ਾ ਇਸ ਕਰਕੇ ਦੇਣ ਲੱਗੇ ਵੀ ਤੁਸੀਂ ਰਾਮ ਰਾਮ ਜਪਦੇ, ਤੁਸੀਂ ਆਪ ਹੀ ਕਹਿੰਦੇ ਵੀ ਰਾਮ ਅਤੇ ਖੁਦਾ ਅੱਲਾ ਦੇ ਵਿੱਚ ਕੋਈ ਫਰਕ ਨਹੀਂ, ਬਈ ਇੱਕ ਹੀ ਹੈ, ਅਤੇ ਫਿਰ ਤੁਸੀਂ ਰਾਮ ਰਾਮ ਛੱਡ ਕੇ ਖੁਦਾ ਕਰਨ ਲੱਗ ਜਾਓ, ਤੁਹਾਡੀ ਜਾਨ ਬਚ ਸਕਦੀ। ਅਤੇ ਬਾਬਾ ਕਬੀਰ ਜੀ ਕਹਿੰਦੇ ਵੀ ਸਾਨੂੰ ਤਾਂ ਪਤਾ ਹੀ ਹੈ ਵੀ ਰਾਮ ਅਤੇ ਖੁਦਾ 'ਚ ਕੋਈ ਫਰਕ ਨਹੀਂ, ਪਰ ਇਹ ਜੀਵਾਂ ਨੂੰ ਲੱਗਦਾ ਵੀ ਸ਼ਾਇਦ ਇਹ ਰਾਮ ਰਾਮ ਕਰਦਾ ਵੀ ਰਾਮ ਕੋਈ ਹੋਰ ਹੈ। ਬਈ ਸਾਨੂੰ ਤਾਂ ਮਾਲਕ 'ਤੇ ਭਰੋਸਾ ਹੈ ਵੀ ਜੇ ਮਾਲਕ ਇਸੇ ਤਰ੍ਹਾਂ ਹੀ ਸਾਨੂੰ ਜਲਾਉਣਾ ਚਾਹੁੰਦਾ ਹੈ ਅਤੇ ਫਿਰ ਕੋਈ ਨਹੀਂ ਰੱਖ ਸਕਦਾ। ਜੇ ਰਾਜੇ ਨੇ ਆਪਦੀ ਮਰਜ਼ੀ ਨਾਲ ਸਜ਼ਾ ਸੁਣਾਈ ਹੈ ਅਤੇ ਫਿਰ ਕੋਈ ਮਾਰ ਨਹੀਂ ਸਕਦਾ। ਬਈ ਉਹ ਆਪ ਹੀ ਪਾਉਣ, ਆਪ ਹੀ ਪਾਣੀ ਅਤੇ ਆਪ ਹੀ ਅਗਨ ਹੈ। ਜੇ ਉਹ
ਉਹੀਓ ਜਲਣਾ ਚਾਹੁੰਦਾ ਤੇ ਫਿਰ ਕੌਣ ਬਚਾਵੇ ਆਪਾਂ ਨੂੰ। ਮਹਾਰਾਜ ਕਹਿੰਦੇ ਆਪੇ ਪਾਵਕ ਆਪੇ ਪਾਵਣਾ, ਜਾਰੇ ਖਸਮ ਤਾਂ ਰਾਖੀ ਕਵਣ। ਵੀ ਜੇ ਉਹੀਓ ਜਲਣਾ ਚਾਹੁੰਦਾ ਫਿਰ ਤਾਂ ਕੋਈ ਬਚਾ ਹੀ ਨਹੀਂ ਸਕਦਾ। ਤੇ ਜੇ ਉਹਨੇ ਨਹੀਂ ਜਲਣਾ, ਉਹਨੇ ਬਚਾਉਣਾ ਹੈ, ਤੇ ਉਹਨੇ ਤੱਤੀ ਬਾਹ ਨਹੀਂ ਲੱਗਣ ਦੇਣੀ, ਉਹਨੇ ਉੱਥੇ ਵੀ ਰੱਖਿਆ ਕਰ ਲੈਣੀ। ਕਿਉਂਕਿ ਜਨਮ ਅਤੇ ਮੌਤ ਕਿਸੇ ਬੰਦੇ ਦੇ ਹੱਥ ਨਹੀਂ ਹੈ, ਪਰਮਾਤਮਾ ਦੇ ਹੱਥ। ਜਦ ਤੱਕ ਮਾਲਕ ਸਾਡੇ ਸਵਾਸ ਆਪ ਨਹੀਂ ਕੱਢਦਾ, ਉਹਨਾਂ ਸਮਾਂ ਕੋਈ ਕਿਸੇ ਨੂੰ ਮਾਰ ਨਹੀਂ ਸਕਦਾ। ਮਾਰੇ ਕਹਿੰਦੇ ਜਿਸ ਕੇ ਸਾਸ ਨ ਕੱਢ ਤਾਪ, ਤਾਂ ਕੋ ਰਾਖਤ ਦੇ ਕਰ ਹਾਸ। ਵੀ ਜਿਹਦੇ ਸਵਾਸ ਮੈਂ ਆਪ ਨਹੀਂ ਕੱਢ ਲੈਂਦਾ, ਉਹਨਾਂ ਸਮਾਂ ਮੈਂ ਹੱਥ ਦੇ ਕੇ ਰੱਖ ਲੈਂਦਾ, ਕੋਈ ਕਿਸੇ ਨੂੰ ਮਾਰ ਹੀ ਨਹੀਂ ਸਕਦਾ। ਸੋ ਇਸ ਵਾਸਤੇ ਫਿਰ ਇਹਨੂੰ ਕਹਿੰਦੇ ਭਰੋਸਾ ਪ੍ਰਤੀਤ। ਭਰੋਸਾ ਇਹ ਨਹੀਂ ਹੁੰਦਾ ਵੀ ਜੋ ਅਸੀਂ ਕਹਿੰਦੇ ਹਾਂ ਪਰਮਾਤਮਾ ਉਹੀ ਕਰੇ ਤੇ ਫਿਰ ਹੀ ਸਾਨੂੰ ਭਰੋਸਾ। ਜਿਵੇਂ ਆਮ ਜੀਵ ਜਦੋਂ ਤ੍ਰੈ ਗੁਣਾਂ 'ਚ ਮਾਇਆ 'ਚ, ਉਹ ਤਾਂ ਇਹੀ ਕਹਿੰਦਾ ਵੀ ਮੇਰੀ ਆਹ ਮੰਗ ਪੂਰੀ ਹੋ ਜਾਏ ਤੇ ਮੈਨੂੰ ਭਰੋਸਾ ਆ ਜੇ ਪਰਮਾਤਮਾ 'ਤੇ ਵੀ ਉਹ ਹੈਗਾ। ਜੇ ਮੇਰੀ ਮੰਗ ਨਹੀਂ ਪੂਰੀ ਹੁੰਦੀ ਫਿਰ ਮੈਨੂੰ ਭਰੋਸਾ ਨਹੀਂ ਆਉਂਦਾ। ਇਹ ਕੋਈ ਭਰੋਸਾ ਥੋੜ੍ਹੀ ਹੈ, ਇਹਨੂੰ ਭਰੋਸਾ ਥੋੜ੍ਹੀ ਕਹਿੰਦੇ। ਭਰੋਸਾ ਉਹਨੂੰ ਕਹਿੰਦੇ ਵੀ ਪਰਮਾਤਮਾ ਤੂੰ ਜੋ ਕਰੇਗਾ ਸਾਡੇ ਵਾਸਤੇ ਉਹੀਓ ਭਲਾ ਹੈ, ਉਹੀਓ ਚੰਗਾ ਹੈ, ਇਹ ਭਰੋਸਾ ਹੈ। ਅਤੇ ਇਸ ਕਰਕੇ ਮਹਾਰਾਜ ਕਹਿੰਦੇ ਵੀ ਹਰੀ ਦੇ ਜਨਾਂ ਨੂੰ ਪਰਮਾਤਮਾ 'ਤੇ ਭਰੋਸਾ ਹੁੰਦਾ ਵੀ ਤੂੰ ਜੋ ਕਰਦਾ ਉਹੀਓ ਭਲਾ, ਤੇਰੀ ਮਰਜ਼ੀ ਤੋਂ ਬਿਨਾਂ ਕੁਛ ਹੁੰਦਾ ਨਹੀਂ। ਇਸ ਲਈ ਮਹਾਰਾਜ ਕਹਿੰਦੇ ਰਾਮ ਜਨਾਂ ਕੋ ਰਾਮ ਭਰੋਸਾ। ਬਈ ਜਿਹੜੇ ਰਾਮ ਦੇ ਜਨ ਗੁਰਮੁਖ, ਉਹਨਾਂ ਨੂੰ ਭਰੋਸਾ ਰਾਮ 'ਤੇ, ਵਾਹਿਗੁਰੂ 'ਤੇ, ਬਈ ਜੋ ਤੂੰ ਕਰ ਰਿਹਾ ਉਹੀਓ ਭਲਾ ਸਾਡੇ ਵਾਸਤੇ। ਕਿਉਂਕਿ ਸਾਡੀ ਮੱਤ ਥੋੜ੍ਹੀ ਹੈ, ਜਿਹਨੂੰ ਅਸੀਂ ਭਲਾ ਸਮਝ ਕੇ ਮੰਗਦੇ ਆ, ਇਹ ਨਹੀਂ ਪਤਾ ਅਸੀਂ ਬੁਰਾ ਹੀ ਮੰਗ ਰਹੇ ਹਾਂ ਆਪਦੇ ਵਾਸਤੇ। ਮਾਰੇ ਕਹਿੰਦੇ ਬਈ ਮਾਲਕ ਵੱਡਾ ਸਮਰੱਥ ਹੈ, ਸਾਡੀ ਮੱਤ ਥੋੜ੍ਹੀ ਹੈ। ਜਿਵੇਂ ਬੱਚਾ ਹੁੰਦਾ, ਹੁਣ ਬੱਚਾ ਕਈ ਵਾਰੀ ਜ਼ਿੱਦ ਕਰਦਾ, ਉਹ ਰੋਂਦਾ ਵੀ ਮੈਨੂੰ ਆਹ ਚੀਜ਼ ਚਾਹੀਦੀ ਹੈ, ਮਾਤਾ ਪਿਤਾ ਉਹਨੂੰ ਨਹੀਂ ਦਿੰਦੇ। ਔਰ ਇਹਦਾ ਮਤਲਬ ਇਹ ਨਹੀਂ ਵੀ ਮਾਤਾ ਪਿਤਾ ਉਹਨੂੰ ਪਿਆਰ ਨਹੀਂ ਕਰਦੇ, ਉਹ ਸਗੋਂ ਤੇ ਜ਼ਿਆਦਾ ਪਿਆਰ ਕਰਦੇ। ਉਹਨਾਂ ਨੂੰ ਪਤਾ ਵੀ ਇਹਦੇ 'ਚ ਇਹਦਾ ਨੁਕਸਾਨ ਹੈ, ਉਹ ਤਾਂ ਕਰਕੇ ਨਹੀਂ ਉਹਨੂੰ ਦਿੰਦੇ। ਹੁਣ ਇਸੇ ਤਰ੍ਹਾਂ ਹੀ ਕਈ ਚੀਜ਼ਾਂ ਅਸੀਂ ਐਸੀਆਂ ਮੰਗਦੇ ਹਾਂ, ਅਸੀਂ ਬੜੀ ਜਿੱਦ ਕਰਦੇ ਹਾਂ, ਬੜੀਆਂ ਅਰਦਾਸਾਂ ਕਰਦੇ ਵੀ ਸਾਡੀ ਆਹ ਮੰਗ ਪੂਰੀ ਹੋ, ਉਹ ਮਾਲਕ ਨਹੀਂ ਦਿੰਦਾ ਸਾਨੂੰ। ਔਰ ਇਹਦੇ ਵਿੱਚ ਇਹ ਨਹੀਂ ਵੀ ਪਰਮਾਤਮਾ ਸਾਨੂੰ ਪਿਆਰ ਨਹੀਂ ਕਰਦਾ, ਇਹ ਸਗੋਂ ਤੇ ਸਾਨੂੰ ਵੱਧ ਪਿਆਰ ਕਰਦਾ। ਕਿਉਂਕਿ ਉਹਨੂੰ ਪਤਾ ਵੀ ਇਹ ਵਿਖ ਹੈ, ਜ਼ਹਿਰ ਹੈ ਜਿਹੜੀ ਇਹ ਮੰਗ ਰਹੇ, ਜੇ ਇਹਨਾਂ ਨੂੰ ਮਿਲੇਗੀ ਤਾਂ ਇਹਨਾਂ ਦੀ ਸੁੱਧ ਬੁੱਧ ਹੋਰ ਮਾਰੀ ਜਾਏਗੀ, ਇਹ ਹੋਰ ਦੁਖੀ ਹੋਣਗੇ, ਹੋਰ ਅਸ਼ਾਂਤ ਹੋਣਗੇ। ਇਸ ਵਾਸਤੇ ਫਿਰ ਸਤਿਗੁਰੂ ਸਾਨੂੰ ਸਮਝਾਉਂਦੇ, ਤੂੰ ਸਮਰੱਥ ਵੱਡਾ ਮੇਰੀ ਮੱਤ ਥੋੜ੍ਹੀ ਰਾਮ। ਬਈ ਤੂੰ ਵੱਡਾ ਸਮਰੱਥ ਹੈ, ਸਾਡੀ ਮੱਤ ਥੋੜ੍ਹੀ। ਸਾਨੂੰ ਤਾਂ ਇਹ ਨਹੀਂ ਪਤਾ ਵੀ ਮੰਗਣਾ ਕੀ ਹੈ, ਅਸੀਂ ਤਾਂ ਆਪਦੇ ਵਾਸਤੇ ਜਿਹਨੂੰ ਚੰਗਾ ਸਮਝ ਕੇ ਮੰਗਦੇ ਹਾਂ, ਸਾਨੂੰ ਇਹ ਨਹੀਂ ਪਤਾ ਵੀ ਉਹ ਅਸੀਂ ਬੁਰਾ ਹੀ ਮੰਗੀ ਜਾਂਦੇ ਹਾਂ ਆਪਦੇ ਵਾਸਤੇ। ਸੋ ਇਸ ਵਾਸਤੇ ਫਿਰ ਜਿਹੜੇ ਗੁਰਮੁਖ ਉਹ ਹੁਕਮ ਦੇ ਦਾਇਰੇ ਵਿੱਚ ਆ ਜਾਂਦੇ, ਉਹ ਬਾਣੀ 'ਚ ਆ ਜਾਂਦੇ ਵੀ ਤੂੰ ਜੋ ਕਰੇਗਾ ਉਹੀਓ ਸਾਡੇ ਵਾਸਤੇ ਭਲਾ ਹੈ, ਉਹੀਓ ਚੰਗਾ। ਸੋ ਇਸੇ ਵਾਸਤੇ ਜੀ ਹੁਣ ਮਨ ਨੂੰ ਲਿਆਉਣ ਵਾਸਤੇ ਇਹ ਆਪਾਂ ਸਿਮਰਨ ਕਰਦੇ ਹਾਂ, ਸਤ ਸੰਗਤ ਕਰਦੇ ਹਾਂ, ਬਈ ਤਾਂ ਕਿ ਸਾਡਾ ਮਨ ਜਿਹੜਾ ਬਾਣੀ 'ਚ ਆ ਜੇ, ਹੁਕਮ ਦੇ ਵਿੱਚ ਆ ਜੇ। ਅਤੇ ਉਹਦੇ ਵਿੱਚ ਆਉਣ ਵਾਸਤੇ ਹੁਣ ਸਤਿਗੁਰੂ ਆਪਾਂ ਨੂੰ ਇਹ ਸਿਮਰਨ ਅਭਿਆਸ ਦੱਸਦੇ ਵੀ ਜਿਉਂ-ਜਿਉਂ ਅਸੀਂ ਸਿਮਰਨ ਕਰਾਂਗੇ ਅਤੇ ਉਹਦੇ ਸਾਡਾ ਮਨ ਸਹਿਜ ਵਿੱਚ ਜਾਏਗਾ। ਜਿਉਂ-ਜਿਉਂ ਸਹਿਜ ਵਿੱਚ ਜਾਏਗਾ ਸਾਨੂੰ ਗੁਰਬਾਣੀ ਗੁਰੂ ਦੀ ਸਮਝ ਆਏਗੀ। ਜਿਉਂ-ਜਿਉਂ ਸਾਨੂੰ ਗੁਰਬਾਣੀ ਗੁਰੂ ਦੀ ਸਮਝ ਆਏਗੀ, ਸਾਡੇ ਮਨ ਨੂੰ ਗਿਆਨ ਹੋਏਗਾ, ਫਿਰ ਇਹ ਆਪਣੇ ਘਰ ਜਾਂਦਾ, ਫਿਰ ਇਹ ਸਹਿਜ ਦੇ ਵਿੱਚ ਜਾ ਕੇ ਆਪਣੇ ਘਰ ਦੇ ਵਿੱਚ ਆਸਣ ਲਾ ਲੈਂਦਾ, ਬੈਠ ਜਾਂਦਾ। ਹੁਣ ਅਸੀਂ ਕਿਵੇਂ ਘਰ ਜਾਣਾ, ਉਹਦੇ ਵਾਸਤੇ ਸਤਿਗੁਰੂ ਆਪਾਂ ਨੂੰ ਇਹ ਸਾਸ ਗਿਰਾਸੇ ਮਨ ਦੱਸਦੇ ਨੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿ ਮੇਰੇ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਜਦੋਂ ਆਪਾਂ ਇਸ ਸਿਮਰਨ ਕਰਦੇ ਨਾਲ ਸਤ ਸੰਗਤ ਕਰਦੇ ਹਾਂ, ਮਨ ਨੂੰ ਗੁਰੂ ਦੀ ਮੱਤ ਦਿੰਦੇ, ਫਿਰ ਆਪਾਂ ਨੂੰ ਸਮਝਾਉਂਦੇ ਬਈ ਜਦੋਂ ਸਾਡੇ ਮਨ ਨੂੰ ਭੇਦ ਆ ਗਿਆ, ਸੋਝੀ ਆ ਗਈ, ਫਿਰ ਸਾਡਾ ਮਨ ਕਿਸੇ ਹੋਰ ਪਦਾਰਥ ਦੀ ਇੱਛਾ ਨਹੀਂ ਰੱਖਦਾ। ਇਹ ਮਾਲਕ ਦੇ ਗੁਣ ਗਾ ਕੇ ਹੀ ਫਿਰ ਆਨੰਦ ਅਵਸਥਾ 'ਚ ਰਹਿੰਦਾ, ਸੁਖੀ ਰਹਿੰਦਾ। ਇਸੇ ਅਵਸਥਾ 'ਚ ਹੀ ਮਹਾਰਾਜ ਕਹਿੰਦੇ, ਕਾਹੂ ਫਲ ਕੀ ਇੱਛਾ ਨਹੀਂ ਬਾਸ਼ੈ, ਕੇਵਲ ਭਗਤ ਕੀਰਤਨ ਸੰਗ ਰਾਚੇ। ਫਿਰ ਇਸ ਅਵਸਥਾ 'ਚ ਜਿਹੜਾ ਆਪਾਂ ਨੂੰ ਕੋਈ ਨਾਮ ਦੀ ਸੱਚ ਦੀ ਗੱਲ ਸੁਣਾਉਂਦਾ, ਉਹ ਫਿਰ ਗੁਰਮੁਖਾਂ ਦੇ ਗੁਰਸਿੱਖਾਂ ਦੇ ਮਨ ਨੂੰ ਪਿਆਰਾ ਲੱਗਦਾ, ਮਿੱਠਾ ਲੱਗਦਾ, ਉਹ ਬਚਨ ਪਿਆਰੇ ਲੱਗਦੇ। ਇਸ ਅਵਸਥਾ 'ਚ ਫਿਰ ਮਹਾਰਾਜ ਕਹਿੰਦੇ, ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਗੁਰਸਿੱਖਾਂ ਲੱਗੇ ਮਨ ਮਿੱਠਾ। ਬਈ ਕੋਈ ਵੀ ਸੁਣਾਵੇ ਅਤੇ ਉਹ ਜੋ ਸਾਡੇ ਮਨ ਨੂੰ ਬਚਨ ਜਿਹੜੇ ਉਹ ਫਿਰ ਪਿਆਰੇ ਲੱਗਦੇ, ਵੀ ਇਹ ਸਾਡੇ ਪਿਆਰੇ ਦੇ ਬਚਨ ਨੇ, ਮਾਲਕ ਦੇ ਬਚਨ। ਸੋ ਇਸ ਵਾਸਤੇ ਹੁਣ ਇਹ ਆਪਾਂ ਵੱਧ ਤੋਂ ਵੱਧ ਸਿਮਰਨ ਕਰਨ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ, ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ। ਜਿੰਨੀ ਆਪਾਂ ਸੰਗਤ ਕਰਦੇ ਹਾਂ, ਓਨਾ ਹੀ ਆਪਾਂ ਨੂੰ ਆਪਣੇ ਜੀਵਨ ਦਾ ਲਾਹਾ ਹੈ। ਮਹਾਰਾਜ ਕਹਿੰਦੇ, ਕਬੀਰ ਏਕ ਘੜੀ ਆਧੀ ਘੜੀ, ਆਧੀ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੀ, ਜੋ ਕੀਨੇ ਸੋ ਲਾਭ। ਬਈ ਆਪਾਂ ਨੂੰ ਲਾਭ ਹੀ ਲਾਭ, ਜਦੋਂ ਆਪਾਂ ਗੁਰਬਾਣੀ ਗੁਰੂ ਦੀ ਵਿਚਾਰ ਕਰਾਂਗੇ, ਸਾਨੂੰ ਲਾਭ ਹੀ ਲਾਭ, ਇਹਦੇ 'ਚ ਸਾਨੂੰ ਲਾਹਾ ਹੀ ਲਾਹਾ ਮਿਲਣਾ। ਸੋ ਬਾਕੀ ਇਹ ਜੋ ਸਾਰਾ ਭੇਤ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਆਪਾਂ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਸਾਡੇ ਹਿਰਦੇ 'ਚ ਵਸ ਜੇ, ਮਨ 'ਚ ਵਸ ਜੇ, ਬਈ ਆਪਣਾ ਵੀ ਮਨ ਹੁਕਮ 'ਚ ਆ ਜੇ, ਭਾਣੇ 'ਚ ਆ ਜੇ, ਇਹਨੂੰ ਮਾਲਕ ਦਾ ਕੀਤਾ ਹੋਇਆ ਸਾਰਾ ਮਿੱਠਾ ਲੱਗਣ ਲੱਗ ਜੇ। ਬਈ ਮਨ ਆਪਣਾ ਰੋਸ ਨਾ ਕਰੇ, ਬਿਲਕੁਲ ਵੀ ਜੋ ਮਰਜ਼ੀ ਹੋਵੇ ਸੰਸਾਰ 'ਚ, ਸਾਡੀ ਜਿੱਦਾਂ ਦੀ ਮਰਜ਼ੀ ਹਾਲਤ ਹੋਵੇ, ਵੀ ਸਾਡਾ ਮਨ ਰੋਸ ਨਾ ਕਰੇ, ਗਿਲਾ ਨਾ ਕਰੇ, ਸ਼ਿਕਵਾ ਨਾ ਕਰੇ। ਅਤੇ ਇਹੋ ਅਵਸਥਾ ਫਿਰ ਗੁਰੂ ਸਾਹਿਬਾਨਾਂ ਨੇ ਆਪਾਂ ਨੂੰ ਸਮਝਾਈ ਅਤੇ ਸਿਖਾਈ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਛੀਵਾੜੇ ਦੇ ਜੰਗਲਾਂ 'ਚ ਜਦੋਂ ਧਰਤੀ 'ਤੇ ਪਏ, ਅਤੇ ਇਸੇ ਅਵਸਥਾ 'ਚ ਹੀ ਉਹਨਾਂ ਨੇ ਸਹਿਜ 'ਚ ਫਿਰ ਆਖਿਆ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਜਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ।
ਬਈ ਤੇਰੇ ਪਿਆਰ ਦੇ ਵਿੱਚ ਭੁੰਜੇ ਧਰਤੀ 'ਤੇ ਪੈਣਾ, ਇਹਦੇ 'ਚ ਵੀ ਆਨੰਦ, ਇਹਦੇ 'ਚ ਵੀ ਸੁੱਖ। ਇਹ ਹੈ ਵਾਸਤਾ ਵੀ ਜਿਹੜਾ ਮਨ ਸਹਿਜ ਦੀ, ਵੀ ਜਿਹੜਾ ਮਨ ਹੁਕਮ 'ਚ ਆ ਗਿਆ, ਜਿਹੜਾ ਮਨ ਭਾਣੀ 'ਚ ਆ ਗਿਆ। ਸੋ ਇਹੋ ਆਪਾਂ ਨੂੰ ਸਤਿਗੁਰਾਂ ਨੇ ਫਿਰ ਸਮਝਾਇਆ ਅਤੇ ਇਹੋ ਆਪਾਂ ਸਿੱਖ ਕੇ ਸਮਝ ਕੇ ਵੀ ਸਾਡਾ ਮਨ ਵੀ ਇਹ ਭਾਣੀ 'ਚ ਆ ਜੇ, ਹੁਕਮ 'ਚ ਆ ਜੇ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਏ, ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।